ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਮੁਅੱਤਲੀ ਤੋਂ ਬਾਅਦ ਉਹਨਾਂ ਦੇ ਟਿਕਰੀ ਬਾਰਡਰ ਤੇ ਹਮਲਾ ਕੀਤਾ ਗਿਆ। ਸਾਥੀ ਦਾ ਸਿਰ ਫੋੜਿਆ ਗਿਆ। ਬਜ਼ੁਰਗ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਜਿਸ ਨੇ ਅਮਰੀਕਾ ਵਿੱਚ ਬੈਠੇ ਕੱਟੜਪੰਥੀਆਂ ਨੂੰ ਕਿਸਾਨ ਅੰਦੋਲਨ ਦੇ ਮੰਚ ਤੋਂ ਨਿਸ਼ਾਨਾ ਬਣਾਇਆ ਸੀ, ਉਹਨਾਂ ਦੀ ਮੁਅੱਤਲੀ ਤੋਂ ਬਾਅਦ ਅਰਾਜਕਵਾਦੀ ਅਨਸਰਾਂ ਨੇ ਬਹਾਦੁਰਗੜ੍ਹ ਨੇੜੇ ਟਿਕਰੀ ਬਾਰਡਰ ਤੇ ਉਸ ਦੇ ਡੇਰੇ ਤੇ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਸਭ ਤੋਂ ਪਹਿਲਾਂ ਪੰਜਾਬ ਕਿਸਾਨ ਯੂਨੀਅਨ ਦੇ ਮੁਖੀ ਰੁਲਦੂ ਸਿੰਘ ਮਾਨਸਾ ਬਾਰੇ ਪੁੱਛਿਆ। ਇਹ ਦੱਸਣ ਤੇ ਕਿ ਉਹ ਮੁਅੱਤਲ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਮਾਨਸਾ ਚਲੇ ਗਏ ਨੇ ਤਾਂ ਉੱਥੇ ਮੌਜੂਦ ਉਸ ਦੇ ਸਾਥੀਆਂ ਤੇ ਹਮਲਾ ਕਰ ਦਿੱਤਾ ਗਿਆ। ਇਸ ਵਿੱਚ ਮਾਨਸਾ ਦੇ ਅੰਦੋਲਨਕਾਰੀ ਕਿਸਾਨ ਗੁਰਵਿੰਦਰ ਸਿੰਘ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਪੀਜੀਆਈ ਰੋਹਤਕ ਲਿਜਾਇਆ ਗਿਆ। ਉਸ ਦੇ ਸਿਰ ਤੇ 15 ਟਾਂਕੇ ਲੱਗੇ। ਇੱਕ ਹੋਰ ਕਿਸਾਨ ਦੇ ਹੱਥ ਤੇ ਵੀ ਸੱਟਾਂ ਲੱਗੀਆਂ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਈ ਲੋਕ ਲਾਠੀਆਂ ਤੇ ਡੰਡੇ ਲੈ ਕੇ ਆਏ ਅਤੇ ਉਹਨਾਂ ਦੇ ਨੇਤਾ ਬਾਰੇ ਪੁੱਛਿਆ ਤੇ ਜਦੋਂ ਉਹਨਾਂ ਇਹ ਦੱਸਿਆ ਕਿ ਉਹ ਇੱਥੇ ਨਹੀਂ ਹੈ ਤਾਂ ਉਹਨਾਂ ਨੇ ਕੁੱਟਮਾਰ ਅਤੇ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਨੇਤਾ ਦੀਆਂ ਫੋਟੋਆਂ ਵਾਲੇ ਪੋਸਟਰ ਵੀ ਫਾੜ ਦਿੱਤੇ ਗਏ। ਇਹ ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਇੱਕ ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਰੁਲਦੂ ਸਿੰਘ ਮਾਨਸਾ ਨੂੰ 15 ਦਿਨਾਂ ਲਈ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਸਨ। ਮਾਨਸਾ ਤੇ ਭੜਕਾਊ ਭਾਸ਼ਣ ਦੇ ਕੇ ਵਿਸ਼ੇਸ਼ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ। ਜੰਤਰ ਮੰਤਰ ਤੇ ਸਮਾਨਾਂਤਰ ਕਿਸਾਨ ਸੰਸਦ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਮਾਨਸਾ ਨੇ ਸਿੰਘੂ ਬਾਰਡਰ ਦੇ ਮੋਰਚੇ ਤੇ ਨੇਤਾਵਾਂ ਦੇ ਸਾਹਮਣੇ ਅਮਰੀਕਾ ਵਿੱਚ ਬੈਠੇ ਸਿੱਖ ਬੁਲਾਰਿਆਂ ਵਿਰੁੱਧ ਸਖਤ ਟਿੱਪਣੀਆਂ ਕੀਤੀਆਂ ਸੀ, ਜੋ ਉਹਨਾਂ ਦੇ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਉਕਸਾ ਰਹੇ ਨੇ ਤੇ ਇਸ ਤੇ ਸੰਯੁਕਤ ਕਿਸਾਨ ਮੋਰਚੇ ਨੇ ਤੁਰੰਤ ਕਾਰਵਾਈ ਨਹੀਂ ਕੀਤੀ। ਪਰ ਭਾਸ਼ਣ ਦੇ 5 ਦਿਨਾਂ ਬਾਅਦ ਮਾਨਸਾ ਨੂੰ ਮੁਅੱਤਲ ਕਰ ਦਿੱਤਾ ਅਤੇ ਕੁਝ ਨਿੱਘੀ ਸੋਚ ਵਾਲੀਆਂ ਸੰਸਥਾਵਾਂ ਦੇ ਇਤਰਾਜ਼ਾਂ ਤੋਂ ਬਾਅਦ 15 ਦਿਨਾਂ ਲਈ ਸਟੇਜ ਸਾਂਝੇ ਕਰਨ ਤੇ ਪਾਬੰਦੀ ਲਗਾਈ ਗਈ। ਇਸ ਤੋਂ ਬਾਅਦ ਉਹ ਮਾਨਸਾ ਵਿਖੇ ਆਪਣੇ ਘਰ ਚਲੇ ਗਏ। ਦੂਜੇ ਪਾਸੇ ਸੋਮਵਾਰ ਦੀ ਦੇਰ ਰਾਤ ਟਿਕਰੀ ਵਿੱਚ ਹਮਲਾਵਰ ਟਰੈਕਟਰ ਟਰਾਲੀਆਂ ਵਿੱਚ ਦਾਖਲ ਹੋਏ, ਜਿੱਥੇ ਮਾਨਸਾ ਰਾਤ ਨੂੰ ਠਹਿਰਿਆ ਕਰਦੇ ਸੀ। ਉੱਥੇ ਹਮਲਾ ਹੋ ਗਿਆ। ਇਸ ਹਮਲੇ ਨੂੰ ਸੀਨੀਅਰ ਆਗੂ ਰੁਲਦੂ ਸਿੰਘ ਮਾਨਸਾ ਦੇ ਬਿਆਨ ਨੂੰ ਲੈ ਕੇ ਦੇਖਿਆ ਜਾ ਰਿਹਾ ਸੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤਾ ਦਾ ਕਹਿਣਾ ਹੈ ਕਿ ਬਹਾਦੁਰਗੜ੍ਹ ਸਿਟੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਅਤੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਉਹ ਬਿਆਨ ਜਿਸ ਨਾਲ ਮਾਨਸਾ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਹੁਣ ਕੈਂਪ ਤੇ ਹਮਲਾ ਕੀਤਾ ਗਿਆ। ਰੁਲਦੂ ਸਿੰਘ ਮਾਨਸਾ ਨੇ ਆਪਣੇ 21 ਜੁਲਾਈ ਦੇ ਭਾਸ਼ਣ ਵਿੱਚ ਵਿਸ਼ੇਸ਼ ਤੌਰ ਤੇ ਅਮਰੀਕਾ ਸਥਿਤ ਕੱਟੜਪੰਥੀ ਆਗੂ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਲਿਆ। ਉਹਨਾਂ ਕਿਹਾ ਕਿ ਇੱਕ ਦੌਰ ਵਿੱਚ ਪੰਜਾਬ ਵਿੱਚ ਕਿਸੇ ਤਰ੍ਹਾਂ ਭੜਕਾ ਕੇ 25,000 ਨੌਜਵਾਨਾਂ ਨੂੰ ਮਰਵਾਇਆ ਗਿਆ ਸੀ। ਅਜਿਹੀਆਂ ਹੀ ਗੱਲਾਂ ਹੁਣ ਪੰਨੂ ਕਰ ਰਿਹਾ। ਅਜਿਹੇ ਲੋਕ ਖੁਦ ਤਾਂ ਅਮਰੀਕਾ ਵਿੱਚ ਡਾਲਰ ਕਮਾ ਰਹੇ ਨੇ। ਪੰਜਾਬ ਦੇ ਨੌਜਵਾਨਾਂ ਨੂੰ ਕਦੀ ਇਹ ਤੇ ਕਦੀ ਉਹ ਕਹਿ ਕੇ ਉਕਸਾਇਆ ਜਾ ਰਿਹਾ। ਉੱਥੋਂ ਕਿਸੇ ਲਈ ਕੁਝ ਕਹਿਣਾ ਸੌਖਾ ਹੈ। ਜੇ ਅਜਿਹੇ ਲੋਕ ਕਿਸਾਨਾਂ ਦੀ ਇੰਨੀ ਪਰਵਾਹ ਕਰਦੇ ਨੇ ਤਾਂ ਇੱਥੇ ਆਉਣ, ਇੱਥੇ ਜ਼ਮੀਨੀ ਹਕੀਕਤ ਨੂੰ ਵੇਖਣ ਅਤੇ ਰੁਲਦੂ ਸਿੰਘ ਮਾਨਸਾ ਨੇ ਪੰਨੂ ਨੂੰ ਸਰਕਾਰ ਦਾ ਏਜੰਟ ਵੀ ਦੱਸਿਆ। ਪੰਜਾਬ ਕਿਸਾਨ ਯੂਨੀਅਨ ਨੇ ਸੂਬਾਈ ਸਕੱਤਰ ਬਲਕਰਨ ਸਿੰਘ ਬੱਲੀ, ਸੀਪੀਆਈ ਲਿਬਰੇਸ਼ਨ ਕੇ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤਾ ਨੇ ਕਿਹਾ ਕਿ ਰੁਲਦੂ ਸਿੰਘ ਮਾਨਸਾ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਨੇ। ਉਹਨਾਂ ਦੱਸਿਆ ਕਿ ਸੋਮਵਾਰ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਰੁਲਦੂ ਸਿੰਘ ਮਾਨਸਾ ਦੀ ਫੋਟੋ ਫਾੜ ਦਿੱਤੀ ਅਤੇ ਉਸ ਦੀ ਟਿਕਰੀ ਸਰਹੱਦ ਤੇ ਪਿੰਡ ਮਾਨਸਾ ਦੀ ਧਾਮਕੋਟ ਇਕਾਈ ਦੇ ਤੰਬੂ ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ ਟੈਂਟਾਂ ਨੂੰ ਫਾੜਿਆ ਬਲਕਿ ਟੈਂਟਾਂ ਵਿੱਚ ਪਏ ਲੋਕਾਂ ਨੂੰ ਵੀ ਮਾਰਿਆ, ਜਿਸ ਵਿੱਚ 2 ਵਿਅਕਤੀ ਜ਼ਖਮੀ ਹੋ ਗਏ। ਇਸ ਦੌਰਾਨ ਕਿਸਾਨ ਗੁਰਵਿੰਦਰ ਸਿੰਘ ਦੇ ਸਿਰ ਤੇ ਸੱਟ ਲੱਗਣ ਕਾਰਨ ਰੋਹਤਕ ਦੇ ਪੀਜੀਆਈ ਵਿੱਚ ਦਾਖਲ ਕਰਵਾਉਣਾ ਪਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤਾ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਉਹਨਾਂ ਨੇ ਬਹਾਦੁਰਗੜ੍ਹ ਸਿਟੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਸਿੱਖਸ ਫॉर ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਸ ਹਮਲੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਹੈ। ਨੱਤਾ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰਵਾਉਣਗੇ। ਉਹਨਾਂ ਦੱਸਿਆ ਕਿ ਰੁਲਦੂ ਸਿੰਘ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਆਪਣੀ ਮਾਨਸਾ ਦੀ ਰਿਹਾਇਸ਼ ਵਿਖੇ ਰਹਿ ਰਹੇ ਨੇ। ਉਹਨਾਂ ਕਿਹਾ ਕਿ ਇਸ ਘਟਨਾ ਵਿੱਚ ਜ਼ਖਮੀ ਹੋਏ ਕਿਸਾਨ ਆਗੂ ਗੁਰਵਿੰਦਰ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਹ ਮੁੜ ਕਿਸਾਨ ਮੋਰਚੇ ਦੇ ਧਰਨੇ ਵਿੱਚ ਸ਼ਾਮਲ ਹੋ ਗਏ। ਪੰਜਾਬ ਕਿਸਾਨ ਯੂਨੀਅਨ, ਸੀਪੀਆਈ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਰਾਸ਼ਟਰਪਤੀ ਪਰਿਵਰਤਨ ਮੰਚ ਦੇ ਕੌਮੀ ਯੁਵਾ ਪ੍ਰਧਾਨ ਹੇਮੰਤ ਨੰਦਲ ਨੇ ਕਿਹਾ ਕਿ
संयुक्त किसान मोर्चे ਦੇ ਕੁਝ ਦਿਨ ਪਹਿਲਾਂ BKU ਹਰਿਆਣਾ ਦੇ ਪ੍ਰਧਾਨ ਅਤੇ ਹੁਣ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੇ 15 ਦਿਨਾਂ ਲਈ ਮੁਅੱਤਲੀ ਸਪਸ਼ਟ ਤੌਰ ਤੇ ਕਿਸਾਨੀ ਅੰਦੋਲਨ ਵਿੱਚ ਫੁੱਟ ਨੂੰ ਦਰਸਾਉਂਦੀ ਹੈ ਅਤੇ ਅੰਦੋਲਨ ਆਪਣੇ ਟੀਚੇ ਤੋਂ ਕਿਤੇ ਭਟਕ ਗਿਆ। ਉਹਨਾਂ ਕਿਹਾ ਕਿ ਹੌਲੀ-ਹੌਲੀ ਆਮ ਕਿਸਾਨ ਅੰਦੋਲਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਜਿਹੜੇ ਲੋਕ ਆਪਣੀ ਲਹਿਰ ਨੂੰ ਕਿਸਾਨੀ ਲਹਿਰ ਦਾ ਨਾਮ ਦੇ ਕੇ ਪੋਲਿਸ਼ ਕਰਦੇ ਨੇ, ਉਹਨਾਂ ਕਿਹਾ ਸਵਾਲ ਇਹੀ ਹੈ ਕਿ ਰੁਲਦੂ ਸਿੰਘ ਨੇ ਕੀ ਕਿਹਾ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਉਸ ਦੇ ਵਿਰੁੱਧ ਹੋ ਗਈਆਂ। हेमंत नंदल ने कहा कि दोवां नेतावां नूं मुअत्तल करना इस अंदोलन नूं कमजोर करेगा। नाल ही दूजे राजा दे किसान भी हौली हौली इस अंदोलन तो अपने आप नूं दूर कर रहे ने, क्योंकि पंजाब किसान यूनियन दे प्रधान रुलदू सिंह मानसा नूं कट्टड़पंथी संगठन दा विरोध करना बहुत भारी हो गया सी अते ओह इस दी मार झेल रहे ने। पर उस दी इस मुअत्तली ने दूजे राजा दे किसानां नूं संदेश दिता। कुंडली ਸਿੰਘੂ सरहद ते बैठे किसानां ਅਤੇ ਸਥਾਨਕ ਵਸਨੀਕਾਂ ਦੇ ਜ਼ਬਰਦਸਤ ਵਿਰੋਧ ਅਤੇ ਧਰਨੇ ਤੋਂ ਆਮ ਕਿਸਾਨਾਂ ਦੀ ਦੂਰੀ ਨੇ ਇਸ ਅੰਦੋਲਨ ਨੂੰ ਕਾਫੀ ਹੱਦ ਤੱਕ ਕਮਜ਼ੋਰ ਕਰ ਦਿੱਤਾ ਹੈ। ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਵੀ ਇਸ ਕੋਝਾ ਹਾਲਤ ਲਈ ਜ਼ਿੰਮੇਵਾਰ ਹੈ। ਉਸਨੇ ਇਸ ਅੰਦੋਲਨ ਵਿੱਚ ਲੋਕਤੰਤਰੀ ਵਿਰੋਧੀ ਕਦਮਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ। ਉਦਾਹਰਣ ਵਜੋਂ ਵਿਸ਼ੇਸ਼ ਪਾਰਟੀਆਂ ਜਾਂ ਸਰਕਾਰੀ ਪ੍ਰੋਗਰਾਮਾਂ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਨਹੀਂ ਹੋਣ ਦੇਣਾ, ਜਦੋਂ ਮੰਤਰੀ ਆਉਂਦੇ ਨੇ ਉਹਨਾਂ ਦੇ ਕਾਫਲਿਆਂ ਤੇ ਹਮਲਾ ਕਰਨਾ, ਬਹੁਤ ਸਾਰੀਆਂ ਕੰਪਨੀਆਂ ਨੂੰ ਕਾਰੋਬਾਰ ਦੀ ਆਗਿਆ ਨਾ ਦੇਣਾ। ਕਿ ਲੋਕਤੰਤਰ ਵਿੱਚ ਕੋਈ ਵਿਰੋਧ ਹੋਣਾ ਚਾਹੀਦਾ ਹੈ ਕਿ ਮਹੀਨਿਆਂ ਤੋਂ ਸੈਂਕੜੇ ਸਟੋਰ, ਟੋਲ ਪਲਾਜ਼ਾ, ਅਨਾਜ ਦੇ ਗੋਦਾਮਾਂ ਅਤੇ ਲੋਕਾਂ ਨੂੰ ਉਹਨਾਂ ਦਾ ਕਾਰੋਬਾਰ ਕਰਨ ਦੀ ਇਜਾਜ਼ਤ ਨਾ ਦੇਣਾ। ਜਦੋਂ ਤੱਕ ਪ੍ਰਮੁੱਖ ਕਿਸਾਨ ਆਗੂ ਵਿਰੋਧ ਦੇ ਅਜਿਹੇ ਕਦਮਾਂ ਨੂੰ ਤੁਰੰਤ ਵਾਪਸ ਨਹੀਂ ਲੈਂਦੇ, ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਕਿਸਾਨ ਅੰਦੋਲਨ ਦੇ ਨਾਂ ਤੇ ਹੋਰ ਵੀ ਅਣਸੁਖਾਵੀਆਂ ਅਤੇ ਅਣਦੇਖੀਆਂ ਘਟਨਾਵਾਂ ਵਾਪਰ ਰਹੀਆਂ ਨੇ। ਕਿਸਾਨ ਮੋਰਚਾ ਆਪਣੇ ਹੀ ਨੇਤਾਵਾਂ ਨੂੰ ਮੁਅੱਤਲ ਕਰਨਾ ਸ਼ੁਰੂ ਕਰ ਦੇਵੇਗਾ। ਇਹ ਕਲਪਨਾ ਵੀ ਨਹੀਂ ਕੀਤੀ ਗਈ ਸੀ। ਚੜੂਨੀ ਅਤੇ ਫਿਰ ਮਾਨਸਾ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਮੁਅੱਤਲ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਿੱਚ ਡੂੰਘਾ ਅਸਰ ਪਿਆ ਹੈ। ਇੱਥੇ ਵਿਭਿੰਨ ਵਿਚਾਰਾਂ ਲਈ ਬਿਲਕੁਲ ਥਾਂ ਨਹੀਂ ਹੈ। ਕੱਟੜਪੰਥੀ ਤਾਕਤਾਂ ਪਹਿਲਾਂ ਹੀ ਸੰਗਠਨਾਂ ਦੇ ਨੇਤਾਵਾਂ ਦਾ ਦਬਦਬਾ ਬਣਾ ਚੁੱਕੀਆਂ ਨੇ। ਉਹ ਮੁਅੱਤਲ ਕਰਵਾ ਕੇ ਉਹਨਾਂ ਵਿਰੁੱਧ ਕਰਨ ਵਾਲੇ ਨੇਤਾਵਾਂ ਦਾ ਅਪਮਾਨ ਕਰ ਰਹੇ ਨੇ। ਹੁਣ ਹਮਲੇ ਸ਼ੁਰੂ ਹੋ ਗਏ ਨੇ। ਇਸ ਦਾ ਇੱਕ ਮੁੱਖ ਕਾਰਨ ਇਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਜ਼ਿੱਦ ਨਾਲ ਟੇਬਲ ਤੇ ਚਿਹਰੇ ਪੱਖੀ ਗੱਲਬਾਤ ਦੀਆਂ ਪੇਸ਼ਕਸ਼ਾਂ ਨੂੰ ਰੱਦ ਕਰ ਰਿਹਾ ਹੈ। ਕੋਈ ਵੀ ਲੋਕਤੰਤਰੀ ਕਾਨੂੰਨ ਆਪਸੀ ਗੱਲਬਾਤ ਦੇ ਨਾਲ ਚਲਾਇਆ ਜਾਂਦਾ ਹੈ। ਇਸ ਵਿੱਚ ਤੁਹਾਨੂੰ ਆਪਣੀਆਂ ਮੰਗਾਂ ਨੂੰ ਠੋਸ ਤੱਥਾਂ ਅਤੇ ਦਲੀਲਾਂ ਦੇ ਆਧਾਰ ਤੇ ਰੱਖਣਾ ਪਵੇਗਾ। ਜਦੋਂ ਇੱਕ ਪਾਸੇ ਗੱਲਬਾਤ ਬੰਦ ਹੋਵੇਗੀ ਤਾਂ ਗੱਲ ਬਣਨ ਦੀ ਬਜਾਏ ਵਿਗੜ ਜਾਏਗੀ। ਅਜਿਹਾ ਹੀ ਲੱਗਦਾ ਹੈ ਕਿ ਅੰਦੋਲਨ ਦੇ ਨਵੀਨਤਮ ਵਿਕਾਸ ਦੇ ਨਾਲ ਜੇ ਇਸ ਸਥਿਤੀ ਨੂੰ ਵਿਗੜਨ ਤੋਂ ਰੋਕਣਾ ਹੈ ਤਾਂ ਕਿਸਾਨ ਜਥੇਬੰਦੀਆਂ ਨੂੰ ਤੁਰੰਤ ਗੱਲਬਾਤ ਦੇ ਗੁੰਮ ਜਾਣ ਵਾਲੇ ਅੰਤ ਨੂੰ ਫੜਨਾ ਚਾਹੀਦਾ ਹੈ ਅਤੇ ਖੇਤੀਬਾੜੀ ਕਾਨੂੰਨਾਂ ਵਿੱਚ ਤਬਦੀਲੀਆਂ ਕਰਨੀਆਂ ਚਾਹੀਦੀਆਂ ਨੇ। ਨਹੀਂ ਤਾਂ ਜਿਸ ਤਰ੍ਹਾਂ ਦੇ ਵਿਵਾਦ ਅਤੇ ਘਟਨਾਵਾਂ ਵਾਪਰ ਰਹੀਆਂ ਨੇ, ਉਸ ਦਾ ਪੰਜਾਬ ਨੂੰ ਹੀ ਨੁਕਸਾਨ ਹੋਵੇਗਾ।